Hello students, how are you all? ਹਾਂਜੀ ਬੱਚੇ, ਚੈਪਟਰ ਨੰਬਰ 3 ਐਟਮਸ ਐਂਡ ਮੋਲੀਕਿਊਲਸ ਦੇ ਵਿੱਚ ਤੁਹਾਡਾ ਇੱਕ ਵਾਰੀ ਫਿਰ ਤੋਂ ਸਵਾਗਤ ਹੈ। ਇਸ ਚੈਪਟਰ ਦਾ ਜੋ ਅੱਜ ਦਾ ਸਾਡਾ ਟੌਪਿਕ ਰਹੇਗਾ ਉਹ ਰਹੇਗਾ ਫਾਰਮੂਲਾ ਰਾਈਟਿੰਗ, ਯਾਨੀ ਅਸੀਂ ਫਾਰਮੂਲਾਸ ਕਿਵੇਂ ਲਿਖਣੇ, ਕੁਝ ਕੈਮੀਕਲ ਜਿਹੜੇ ਹੁੰਦੇ ਨੇ, ਕੁਝ ਇੰਪੋਰਟੈਂਟ ਜੋ ਅਸੀਂ ਅੱਜ ਪੜਾਂਗੇ ਕੰਪਾਊਂਡਸ ਦੇ ਬਾਰੇ। ਸਾਨੂੰ ਪਤਾ ਹੈ ਕਿ ਆਸ-ਪਾਸ ਸਾਡੇ ਸਾਰੇ ਜੋ ਪਦਾਰਥ ਨੇ ਉਹ ਐਟਮ ਦੇ ਬਣੇ ਹੋਏ ਨੇ ਤੇ ਐਟਮਸ ਮਿਲ ਕੇ ਅੱਗੋਂ ਮੋਲੀਕਿਊਲਸ ਯਾਨੀ ਅਣੂ ਬਣਾਉਂਦੇ ਨੇ ਜਾਂ ਕੰਪਾਊਂਡਸ ਬਣਾਉਂਦੇ ਨੇ ਜਾਂ ਮਿਕਸਚਰਸ ਬਣਾਉਂਦੇ ਨੇ। ਤੇ ਜਿਹੜੇ ਕੰਪਾਊਂਡਸ ਹੁੰਦੇ ਨੇ ਜਿਵੇਂ ਆਸ-ਪਾਸ ਸਾਡੇ ਪਾਣੀ ਆ, ਠੀਕ ਹੈ, ਜਾਂ ਕੋਈ ਐਸਿਡ ਆ, ਕੋਈ ਵੀ ਚੀਜ਼ ਆ, ਉਹਦਾ ਜੋ ਫਾਰਮੂਲਾ ਹੁੰਦਾ ਇੱਕ, ਜਿਵੇਂ ਅਸੀਂ ਗੱਲ ਕਰਦੇ ਹਾਂ H2O ਵਾਟਰ, ਉਹ ਕਿਵੇਂ ਬਣਦਾ ਹੈ ਤੇ ਉਹਨਾਂ ਬਾਰੇ ਅੱਜ ਅਸੀਂ ਜਾਣਕਾਰੀ ਲਵਾਂਗੇ। ਇਹ ਸਭ ਕੁਝ ਤੁਹਾਡੀ ਬੁੱਕ ਦੇ ਵਿੱਚ ਵੀ ਡਿਟੇਲ ਨੋਟ ਹੈ ਔਰ ਤੁਸੀਂ ਇਸ ਤੋਂ ਲੈਕਚਰ ਤੋਂ ਬਾਅਦ ਤੁਸੀਂ ਉੱਥੋਂ ਵੀ ਚੰਗੀ ਤਰ੍ਹਾਂ ਸਟੱਡੀ ਕਰਨਾ ਹੈ, ਠੀਕ ਹੈ। ਸੋ ਪਹਿਲਾਂ ਗੱਲ ਕਰਦੇ ਹਾਂ ਅਸੀਂ ਇੱਕ, ਇੱਥੇ ਤੁਸੀਂ ਪਿਕਚਰ ਦੇ ਵਿੱਚ ਇੱਕ ਮੋਲੀਕਿਊਲ ਵੇਖ ਸਕਦੇ ਹੋ, ਇੱਕ ਰੈੱਡ ਆ ਤੇ ਦੋ ਉਹਨੂੰ ਜੁੜੇ ਹੋਏ ਨੇ ਬਾਲਸ ਵਾਈਟ ਕਲਰ ਵਾਲੀਆਂ, ਠੀਕ ਹੈ। ਸੋ ਇੱਥੇ ਜੋ ਸੈਂਟਰ ਦੇ ਵਿੱਚ ਹੈ ਉਹ ਬੱਚੇ ਆਕਸੀਜਨ ਸ਼ੋ ਹੋ ਰਿਹਾ ਤੇ ਜਿਹੜੇ ਸਾਈਡਸ ਦੇ ਨੇ ਵਾਈਟ ਵਾਲੀਆਂ ਉਹ ਤੁਹਾਨੂੰ ਇੱਥੇ ਰਾਈਟ ਹਾਈਡਰੋਜਨ ਸ਼ੋ ਹੋ ਰਿਹਾ, ਯਾਨੀ ਦੋ ਹਾਈਡਰੋਜਨ ਤੇ ਇੱਕ ਆਕਸੀਜਨ। ਸੋ ਇੱਥੇ ਕੀ ਹੈ, ਇਹ ਵਾਟਰ ਦਾ ਇੱਕ ਮੋਲੀਕਿਊਲ ਦਿਖਾਇਆ ਗਿਆ ਯਾਨੀ H2O, ਠੀਕ ਹੈ। ਸੋ H2O ਵਾਟਰ ਦਾ ਜੋ ਫਾਰਮੂਲਾ ਹੁੰਦਾ ਹੈ ਤੇ ਇਹ ਫਾਰਮੂਲਾ ਜੋ ਹੈ ਇਹ ਬਣਦਾ ਕਿਵੇਂ ਹੈ। ਹੁਣ ਮੈਨੂੰ ਵਾਟਰ ਕਿਹਾ ਕਿਸੇ ਨੇ, ਯਾਨੀ ਠੀਕ ਹੈ ਨਾ, ਹਾਈਡਰੋਜਨ ਆਕਸਾਈਡ ਕਹਿ ਦਿੱਤੀ ਜਾਂ ਡਾਈ ਹਾਈਡਰੋਜਨ ਕਹਿ ਦਿੱਤਾ, ਡਾਈ ਮਤਲਬ ਦੋ ਤੇ ਇੱਕ ਆਕਸੀਜਨ ਲੱਗਾ ਹੋਇਆ ਉਹਨੂੰ। ਸੋ ਇਹਦਾ ਮਤਲਬ ਕਿ ਇੱਥੇ ਜੋ ਐਲੀਮੈਂਟ ਨੇ ਹਾਈਡਰੋਜਨ ਤੇ ਆਕਸੀਜਨ, ਉਹ ਕਿਵੇਂ ਮੈਨੂੰ ਪਤਾ ਲੱਗਾ ਕਿ ਦੋ ਹਾਈਡਰੋਜਨ ਲੱਗਣਗੇ ਤੇ ਇੱਕ ਆਕਸੀਜਨ ਲੱਗੇਗਾ। ਸੋ ਅੱਜ ਦਾ ਜੋ ਸਾਡਾ ਜੋ ਲੈਕਚਰ ਰਹੇਗਾ ਟੌਪਿਕ ਇਸੇ ਤੇ ਉੱਪਰ ਰਹੇਗਾ। ਪਰ ਉਸ ਤੋਂ ਪਹਿਲਾਂ ਅਸੀਂ ਕੁਝ ਆਇਨਸ ਬਾਰੇ ਜਾਣਕਾਰੀ ਲੈ ਲੈਂਦੇ ਦੁਬਾਰਾ ਤੋਂ, ਜੋ ਅਸੀਂ ਪਿਛਲੇ ਟੌਪਿਕ 'ਚ ਵੀ ਰੀਡ ਕਰ ਚੁੱਕੇ ਸੀ ਕਿ ਆਇਨ ਜਿਹੜੇ ਹੁੰਦੇ ਨੇ ਦੋ ਤਰ੍ਹਾਂ ਦੇ ਹੁੰਦੇ ਨੇ। ਕੋਈ ਵੀ ਐਟਮ ਜਿਹੜਾ ਹੁੰਦਾ ਆ ਉਹ ਵੈਸੇ ਤੇ ਕੋਈ ਉਹ 'ਤੇ ਚਾਰਜ ਨਹੀਂ ਹੁੰਦਾ, ਠੀਕ ਹੈ, ਪਰ ਜਦੋਂ ਇੱਕ ਇਲੈਕਟ੍ਰੋਨ ਦੇ ਦਿੰਦਾ ਆ, ਲੋਸ ਕਰਦਾ, ਉਹ ਕੈਟਾਇਨ ਬਣ ਜਾਂਦਾ, ਪਰ ਜਦੋਂ ਲੈਂਦਾ ਆ ਉਹ ਐਨਾਇਨ ਯਾਨੀ ਮਾਈਨਸ ਹੋ ਜਾਂਦਾ। ਸੋ ਇਸੇ ਤਰ੍ਹਾਂ ਸਾਡੇ ਕੋਲ ਦੋ ਤਰ੍ਹਾਂ ਦੇ ਚਾਰਜਸ ਬਣ ਜਾਂਦੇ ਨੇ, ਕੈਟਾਇਨ ਦਾ T ਤੁਸੀਂ ਯਾਦ ਰੱਖਣਾ ਪਲੱਸ ਵਾਂਗ, ਸੋ ਪਲੱਸ ਚਾਰਜ ਵਾਲੇ ਕੈਟਾਇਨਸ ਹੁੰਦੇ ਨੇ, ਔਰ N ਤੋਂ ਨੈਗੇਟਿਵ ਯਾਦ ਰੱਖਣਾ, ਐਨਾਇਨਸ ਹੁੰਦੇ ਨੇ। ਸੋ ਨੈਗੇਟਿਵਲੀ ਚਾਰਜ ਬੋਡੀਜ਼ ਐਨਾਇਨਸ ਐਂਡ ਪੋਜ਼ਿਟਿਵਲੀ ਜਿਹੜੇ ਹੋ ਗਏ ਉਹ ਤੁਹਾਡੇ ਕੈਟਾਇਨਸ ਹੋ ਜਾਣਗੇ। ਸੋ ਦੋ ਤਰ੍ਹਾਂ ਦੇ ਆਇਨ ਸਾਡੇ ਕੋਲ ਮੌਜੂਦ ਹੁੰਦੇ ਨੇ। ਸੋ ਹੁਣ ਅਸੀਂ ਕੁਝ ਆਇਨਾਂ ਬਾਰੇ ਪੜਾਂਗੇ, ਯਾਨੀ ਪੋਜ਼ਿਟਿਵ ਤੇ ਨੈਗੇਟਿਵ ਆਇਨ ਕਿਹੜੇ ਨੇ, ਕਿੰਨੀ ਉਹਨਾਂ ਦੀ ਸੰਯੋਜਕਤਾ ਹੁੰਦੀ ਹੈ ਉਹ ਯਾਦ ਕਰਾਂਗੇ, ਇੰਪੋਰਟੈਂਟ ਨੇ, ਤੁਹਾਡੀ ਬੁੱਕ ਦੇ ਵਿੱਚ ਵੀ ਨੇ। ਔਰ ਕੁਝ ਅਸੀਂ ਬਹੁਪਰਮਾਣਵੀ ਆਇਨਾਂ ਬਾਰੇ ਵੀ ਅੱਜ ਪੜਾਂਗੇ ਹੁਣੇ। ਹੁਣ ਅਸੀਂ ਅੱਗੇ ਜੋ ਸਾਡੇ ਕੋਲ ਤੱਤ ਹੁੰਦੇ ਨੇ, ਯਾਨੀ ਜਦੋਂ ਉਹਨੂੰ ਇੱਕ ਆਇਨ ਦੇ ਰੂਪ ਵਿੱਚ ਸਾਡੇ ਅੱਗੇ ਹੁੰਦੇ ਨੇ, ਉਹ ਦੋ ਤਰ੍ਹਾਂ ਦੇ ਅਸੀਂ ਪੜ੍ਹ ਚੁੱਕੇ ਹਾਂ ਕਿ ਪੋਜ਼ਿਟਿਵ ਯਾਨੀ ਧਨਾਤਮਕ ਕੈਟਾਇਨ ਹੁੰਦੇ ਨੇ ਔਰ ਰਿਣਾਤਮਕ ਨੈਗੇਟਿਵ ਵਾਲੇ ਮਾਈਨਸ ਵਾਲੇ ਰਿਣਾਤਮਕ ਹੁੰਦੇ ਨੇ। ਸੋ ਆਓ ਅੱਜ ਅਸੀਂ ਪਹਿਲਾਂ ਜਿਹੜਾ ਮੇਨ ਟੌਪਿਕ ਕਰਨਾ ਆ, ਅਸੀਂ ਸੂਤਰ ਲਿਖਣੇ ਜੋ ਸਿੱਖਣੇ ਆ, ਉਸ ਤੋਂ ਪਹਿਲਾਂ ਅਸੀਂ ਕੁਝ ਆਇਨਾਂ ਬਾਰੇ ਜਾਣਕਾਰੀ ਲੈ ਲੈਂਦੇ ਆ ਕਿ ਆਇਨ ਜਿਹੜੇ ਨੇ ਉਹਨਾਂ ਦੀ ਸੰਯੋਜਕਤਾ ਜਿਹੜੀ ਕਿੰਨੀ ਹੁੰਦੀ ਹੈ ਤੇ ਉਹ ਕਿਵੇਂ ਉਹਨਾਂ ਨੂੰ ਆਪਾਂ ਲਿਖਦੇ, ਠੀਕ ਹੈ। ਸੋ ਮੰਨ ਲਓ ਮੇਰੇ ਕੋਲ, ਅਸੀਂ ਪਹਿਲਾਂ ਗੱਲ ਕਰਦੇ ਹਾਂ ਹਾਈਡਰੋਜਨ ਦੀ, ਠੀਕ ਹੈ ਜੀ। ਸੋ ਹਾਈਡਰੋਜਨ ਜਿਹੜਾ ਹੈ ਉਹਦਾ ਇੱਕ ਸੂਤਰ ਜੋ ਹੈ ਉਹ H ਹੁੰਦਾ, ਪਰ ਅਗਰ ਮੈਂ ਉਹਨੂੰ ਆਇਨ ਦੇ ਰੂਪ 'ਚ ਲਿਖਾਂ ਤੇ ਉਹ ਮੇਰੇ ਕੋਲ ਆਏਗਾ H+। ਹੁਣ ਇੱਥੇ ਗੱਲ ਕਰੀਏ ਤੇ ਆਪਾਂ ਵੈਸੇ 1 ਵੀ ਨਾਲ ਪਾ ਸਕਦੇ ਹਾਂ, 1+। ਇਹਦਾ ਮਤਲਬ ਕਿ ਹਾਈਡਰੋਜਨ ਕੋ ਇੱਕ ਇਲੈਕਟ੍ਰੋਨ ਆ ਉਹ ਇੱਕ ਦੇ ਸਕਦਾ ਆ, ਪਰ ਆਪਾਂ ਜ਼ਿਆਦਾਤਰ ਕੋਸ਼ਿਸ਼ ਕਰਦੇ ਕਿ 1 ਨਹੀਂ ਪਾਉਂਦੇ, ਠੀਕ ਹੈ। ਪਾਓ ਨਾ ਪਾਓ ਇਹ ਮੈਟਰ ਨਹੀਂ ਕਰਦਾ, ਬਟ ਨੋਰਮਲੀ ਆਪਾਂ ਨਹੀਂ ਪਾਉਂਦੇ। ਸੋ ਅੱਗੇ ਆਉਂਦਾ ਸਾਡੇ ਕੋਲ ਸੋਡੀਅਮ ਯਾਨੀ Na, ਤੁਹਾਨੂੰ ਲਾਸਟ ਲੈਕਚਰ 'ਚ ਸਿਖਾਇਆ ਸੀ, ਇਹਦਾ ਨੈਟਰੀਅਮ ਹੁੰਦਾ ਓਰੀਜਨਲ ਨੇਮ, ਬਟ SO ਆਪਾਂ ਸੋਡੀਅਮ ਨਹੀਂ ਲਿਖਦੇ, ਠੀਕ ਹੈ। ਸੋ ਸਿੰਬਲ ਇਹਦਾ ਆ ਜਾਏਗਾ Na, ਜਿਹਨੂੰ ਅਸੀਂ ਪਲੱਸ ਲਿਖਦੇ ਹਾਂ, Na+, ਠੀਕ ਹੈ, ਕਿ ਇਹਦਾ ਮਤਲਬ ਇੱਕ ਇਲੈਕਟ੍ਰੋਨ ਦੇ ਸਕਦਾ, ਇੱਕ ਬੰਧਨ ਬਣਾ ਸਕਦਾ, ਠੀਕ ਹੈ, ਇੱਕ ਜਾਣੇ ਨਾਲ ਜੁੜ ਸਕਦਾ। ਪੋਟਾਸ਼ੀਅਮ ਦੀ ਗੱਲ ਕਰੀਏ K+, ਯਾਨੀ ਇਹ ਵੀ, ਠੀਕ ਹੈ। ਕੈਲੀਅਮ ਹੁੰਦਾ ਇਹਦਾ ਨੇਮ ਜਿਹੜਾ ਲੈਟਿਨ ਭਾਸ਼ਾ ਦਾ, ਸੋ ਕੈਲੀਅਮ ਵੀ ਇੱਕ ਨਾਲ ਜੁੜ ਸਕਦਾ, ਇਸ ਕਰਕੇ K+। ਸਿਲਵਰ ਆ ਗਿਆ ਅੱਗੇ, ਸਿਲਵਰ ਨੂੰ ਅਸੀਂ Ag, ਇਹਦਾ ਸਿੰਬਲ ਆ Ag+, ਯਾਨੀ 1+। ਸੋ ਇਹ ਵੀ ਇੱਕ ਹੋਰ ਕਿਸੇ ਤੱਤ ਨਾਲ ਜੁੜ ਸਕਦਾ ਹੈ, ਯਾਨੀ ਇੱਕ ਬੰਧਨ ਬਣਾ ਸਕਦਾ। ਕਾਪਰ ਦੀ ਗੱਲ ਕਰੀਏ, ਕਾਪਰ ਮੈਂ ਇੱਥੇ ਬੇਟਾ ਇੱਥੇ ਦੇਖੋ, ਸੋ ਅਗਰ ਮੈਂ ਕਾਪਰ ਦੀ ਗੱਲ ਕਰਾਂ ਤੇ ਕਾਪਰ ਦੇ ਵਿੱਚ ਕਾਪਰ 1 ਲਿਖਿਆ, ਯਾਨੀ ਕਾਪਰ 1, ਕਾਪਰ ਦੇ ਅਲੱਗ-ਅਲੱਗ ਜਿਹੜੇ ਆਇਨਸ ਹੁੰਦੇ ਨੇ ਸਾਡੇ ਕੋਲ ਹੁੰਦੇ ਨੇ। ਸੋ ਇੱਥੇ ਅਗਰ ਆਪਾਂ ਗੱਲ ਕਰਦੇ ਹਾਂ ਤੇ ਕਾਪਰ 1+, ਮਤਲਬ
अगर 1 पे दैट मीन्स कि कॉपर एक जो है वो आयन बना रहा यानी पॉजिटिव कैटायन बना रहा वा तो ਇਹਦਾ मतलब है कि ਜਿਹੜਾ ਕਾਪਰ ਆ ਜਿਹੜਾ ਆਇਨ ਬਣਾ ਰਿਹਾ ਇੱਥੇ ਇੱਕ ਬੰਧਨ ਬਣਾ ਸਕਦਾ ਸੋ ਇਹਦੀ ਇਹਨਾਂ ਸਾਰਿਆਂ ਦੀ ਸੰਯੋਜਕਤਾ ਕਿੰਨੀ ਆ ਸਾਡੇ ਕੋਲ 1 ਹੈ ठीक है मतलब ਇਹਨਾਂ ਦੀ ਵੈਲੈਂਸੀ ਕਿੰਨੀ ਆ 1 है अगर मैं अगे चला अगे साडे कोल आ गया मैग्नीशियम सो मैग्नीशियम तो मेरे कोल mg ਦਾ सूत्र आ और ਇਹਦੀ जो चार्ज हुंदा उपर वो 2+ हुंदा जिसका मतलब मैग्नीशियम ਦੀ संयोजकता 2 हो जाएगी इस तरह जिंक की गल करते हैं Zn तो ये भी 2+ समझ रहे हो ना सारे बेटा सो मैग्नीशियम 2+ जिंक Zn 2+ सो अगे चलते हैं ये नाल ही कैल्शियम कैल्शियम Ca2+ आयरन 2 ਇਹਦਾ मतलब आयरन ਦੇ ਵੀ ਦੋ ਤਰ੍ਹਾਂ ਦੇ ਬਣਦੇ ਆ ਸਾਡੇ ਕੋਲ ਆਇਨਸ ठीक है सो आयरन 2 का मतलब Fe2+ ਇਹ 2+ ਚਾਰਜ ਬਣਾਉਂਦਾ मतलब ਇੱਥੇ ਦੋ ਬੰਧਨ ਬਣਾ ਸਕਦਾ ਦੋ ਜਾਣੇ ਨਾਲ ਜੁੜ ਸਕਦਾ ਹੈ ਕਾਪਰ 2 ਇੱਕ ਆਪਾਂ ਕਾਪਰ 1 ਕਰ ਚੁੱਕੇ ਆ ਸੋ ਇੱਥੇ ਆ ਗਿਆ ਕਾਪਰ 2 ਇਹਦਾ मतलब ਕਾਪਰ ਅਗਰ 2+ ਦੀ ਅਵਸਥਾ 'ਚ ਹੈ ਇੱਥੇ ਕਾਪਰ ਨੇ ਦੋ ਇਲੈਕਟ੍ਰੋਨ ਦਿੱਤੇ ਹੋਣਗੇ ठीक है सो कॉपर 2+ ये दो बंधन बना सकता दो जाने ਨਾਲ जुड़ सकता सो इन्होंने सारे ਦੇ ਜਿਵੇਂ मैग्नीशियम है जिंक है ठीक है और जिन्ने भी 2+ वाले ने सारे ਦਾ मतलब इन्हों की संयोजकता कितनी है साडे कोल 2 है सो अगे आंदा जी एल्यूमीनियम यानी Al3 पॉजिटिव ठीक है नाल ही आंदा आयरन 3 ਇਹਦਾ मतलब है आयरन 3 सो ये भी Fe3 पॉजिटिव इत्थे एल्यूमीनियम ते आयरन किन्ने बंधन बना सकते हैं राइट 3 बंधन बना सकते हैं सो इन्हों की वैलेंसी संयोजकता कितनी हो जाएगी साडे कोल जी 3 हो जाएगी सो ये पॉइंट सारे नू क्लीयर हो गया हाँ जी बच्चे अगे चलते हैं अगे असीं नैगेटिव आयन्स की भी गल करते हैं ऋणात्मक जिहड़े आयन ने ठीक है उन्हों की गल करते हैं असीं हुण तक पॉजिटिव बारे पढ़ चुके हैं इत्थे देखो तुसीं ये है जी हाइड्राइड H नेगेटिव क्लोराइड Cl नेगेटिव ब्रोमाइड Br नेगेटिव 1 मतलब एक माइनस है इन्होंने एक इलैक्ट्रॉन चाहिए है जो असीं अगले चैप्टर च डिटेल च करांगे आयोडाइड 1 I नेगेटिव सो इत्थे तुसीं पढ़ सकते हो इत्थे आइड दी आवाज़ आंदी पई सो ये याद रखना जिन्ने भी आइड वाली आवाज़ वाले वो सारे नेगेटिव हुंदे आ ठीक है सो हाइड्राइड क्लोराइड ब्रोमाइड एंड आयोडाइड पर इत्थे भी अगर गल करिए इत्थे वैलेंसी यानी संयोजकता कितनी है 1 है यानी 1 है सो अगे चलते हैं असीं अगे आंदा साडे कोल ऑक्साइड अगर ऑक्साइड वर्ड वरत्या गया O यानी 2 नेगेटिव ठीक है ऑक्सीजन दो बंधन बनाएगा सल्फाइड आ S2 नेगेटिव सल्फाइड ड वर्ड आ सो सारे ये भी 2 नेगेटिव सो आइड जिन्ने भी हो सारे नेगेटिव होंगे उस तो बाद अगर गल करिए नाइट्राइड सो नाइट्राइड ਇਹਦੀ वैलेंसी 3 हो जाएगी संयोजकता ਇਹਦਾ फॉर्मूला लाओगे तो N3 नेगेटिव ठीक है जी सो वैलेंसी ਇਹਦੀ ऑक्साइड तो सल्फाइड दी 2 सी और नाइट्राइड दी कितनी है 3 है हाँ जी बच्चे अगे आंदा साडे कोल बहुपरमाणवी आयन दे मतलब है कि जो पॉली एटॉमिक आयन्स होंदे ने मॉलिक्यूलर होंदे ने उन्हां दे जिहड़े आयन्स बनदे ने जिवें अमोनीयम आयन की गल करिए तो NH4 हुंदा और इहदा जो चार्ज हुंदा 1 हुंदा यानी इहदी संयोजकता पूरे आयन की 1 हुंदी है ठीक है और हाइड्रोक्साइड का मतलब OH ठीक है हाइड्रो H ऑक्साइड का OH सो OH नेगेटिव और इहदा आ जाएगा 1 नैक्सट आंदा नाइट्रेट यानी NO3 1 नेगेटिव यदि वैलेंसी भी 1 होंदी है सो पूरा नाइट्रेट आ नैक्सट आंदा कार्बोनेट यानी CO3 और पूरे दी जो चार्ज लगा है वो होंदा है 2 नेगेटिव इस करके दी वैलेंसी 2 आंदी है नैक्सट आ जाएगा हाइड्रोजन कार्बोनेट यानी एक हाइड्रोजन लग गया बाकी कार्बोनेट लग गया इत्थे 2 सी ना वैलेंसी पर ਉਹਦੀ एक दी जगह हाइड्रोजन ने कवर कर ली सो 2 - 1 आ जाएगा सिंपल माइनस होके 1 आ जाएगा सो नैक्सट आंदा सल्फाइड टी दी आवाज़ आ सो SO3 2 नेगेटिव सो इसकी वैलेंसी भी 2 सल्फाइड दे विच 3 आंदा ऑक्सीजन ठीक है और सल्फेट मोस्ट इंपॉर्टेंट आ ये वाला ठीक है एक नाइट्रेट हो गया
हाइड्रोक्साइड हो गया, बहुत इंपॉर्टेंट ने। सो SO4 2 नेगेटिव, एम बहुत इंपॉर्टेंट है, SO4 2 नेगेटिव, ਇਹਦੀ ਵੈਲੈਂਸੀ 2 ਆ ਜਾਏਗੀ। ਨੈਕਸਟ ਆ ਜਾਏਗਾ ਫਾਸਫੇਟ, ਸੋ PO4 3 ਨੈਗੇਟਿਵ। ਸੋ ਇਹ ਪੂਰੇ ਦਾ ਚਾਰਜ ਹੁੰਦਾ ਹੈ ਜੋ ਸਾਡੀ ਇੱਥੇ ਸਾਈਡ ਤੇ ਲਿਖਿਆ ਜਾਂਦਾ ਉੱਪਰ। ਸੋ ਨੈਟ ਚਾਰਜ ਹੁੰਦਾ ਇੱਕ ਆਇਨ ਦਾ, ਤੇ ਇਹਦੀ ਵੈਲੈਂਸੀ ਵੀ 3 ਹੈ। ਪਿਆਰੇ ਬੱਚਿਓ, ਅਸੀਂ ਆਇਨਾਂ ਦੇ ਬਾਰੇ ਹੁਣ ਜਾਣਕਾਰੀ ਪ੍ਰਾਪਤ ਕਰ ਚੁੱਕੇ ਹਾਂ, ਯਾਨੀ ਪੋਜ਼ਿਟਿਵ ਆਇਨ ਅਤੇ ਨੈਗੇਟਿਵ ਆਇਨ ਕਿਹੜੇ ਨੇ ਉਹਨਾਂ ਬਾਰੇ ਅਸੀਂ ਪੜ੍ਹ ਚੁੱਕੇ ਹਾਂ, ਅਤੇ ਬਹੁਪਰਮਾਣਵੀ ਆਇਨਾਂ ਬਾਰੇ ਵੀ ਡਿਟੇਲ 'ਚ ਅਸੀਂ ਕਰ ਚੁੱਕੇ ਹਾਂ। ਅਸੀਂ ਹੁਣ ਸਰਲ ਯੌਗਿਕਾਂ ਦੇ ਜਿਹੜੇ ਉਹਨਾਂ ਦੇ ਫਾਰਮੂਲਾ ਨੇ ਅਸੀਂ ਉਹ ਬਣਾਵਾਂਗੇ, ਉਹਨਾਂ ਦੇ ਸੂਤਰ ਅੱਜ ਹੀ ਸਿੱਖਾਂਗੇ। ਪਰ ਉਹਨਾਂ ਦੇ ਲਈ ਕੁਝ ਫਾਰਮੂਲਾਜ਼ ਬਣਾਉਣ ਦੇ ਲਈ ਸਾਡੇ ਕੋਲ ਕੁਝ ਰੂਲਸ ਹੁੰਦੇ ਨੇ, ਨਿਯਮ ਹੁੰਦੇ ਨੇ ਜੋ ਸਾਨੂੰ ਫੋਲੋ ਕਰਨੇ ਪੈਂਦੇ ਨੇ, ਤੇ ਉਹ ਆਓ ਅਸੀਂ ਸਿੱਖਦੇ ਹਾਂ ਕਿ ਕਿਹੜੇ ਰੂਲਸ ਨੇ। ਸੋ ਪਹਿਲਾ ਰੂਲ ਹੈ ਜੀ, ਫਸਟ ਰਾਈਟ ਦ ਸਿੰਬਲਸ ਆਫ ਐਲੀਮੈਂਟਸ ਐਂਡ ਦੇਅਰ ਵੈਲੈਂਸੀਜ਼ ਐਟ ਦ ਟੌਪ, ਯਾਨੀ ਸਭ ਤੋਂ ਪਹਿਲਾਂ ਅਸੀਂ ਜਿਹੜੇ ਵੀ ਤੱਤ ਸਾਨੂੰ ਨੇ ਉਹਨਾਂ ਦੇ ਸੰਕੇਤ ਲਿਖਾਂਗੇ ਤੇ ਉਹਨਾਂ ਦੀ ਸੰਯੋਜਕਤਾ ਲਿਖਾਂਗੇ। ਸੋ ਦੂਸਰਾ ਰੂਲ ਸਾਡੇ ਕੋਲ ਹੈ, ਵੈਨ ਏ ਕੰਪਾਊਂਡ ਕੰਸਿਸਟ ਆਫ ਏ ਮੈਟਲ ਤੇ ਨॉन ਮੈਟਲ ਅਗਰ ਲੱਗੇ ਨੇ, ਜ਼ਿਆਦਾਤਰ ਇੱਦਾਂ ਹੀ ਹੁੰਦਾ, ਤੇ ਇੱਕ ਸਾਈਡ ਤੇ ਪਹਿਲਾਂ ਮੈਟਲ ਦਾ ਨਾਮ ਆਏਗਾ ਪॉजिटिव वाले ਦਾ, ਤੇ ਫਿਰ ਨੈਗੇਟਿਵ ਅਧਾਤ ਦਾ ਨਾਮ ਆਏਗਾ, ਠੀਕ ਹੈ। ਔਰ ਕੁਝ ਕੰਪਾਊਂਡਸ ਹੁੰਦੇ ਨੇ, ਤੀਸਰਾ ਰੂਲ ਕਹਿ ਰਿਹਾ, ਫਾਰਮ ਵਿਦ ਪੋਲੀਐਟੋਮਿਕ ਆਇਨ, ਜਿਹੜੇ ਵੀ ਪੋਲੀਐਟੋਮਿਕ ਬਹੁ ਜੋ ਹੈ ਨੇ ਪਰਮਾਣਵੀ ਆਇਨ, ਉਹਨਾਂ ਨੂੰ ਬ੍ਰੈਕਟ 'ਚ ਲਿਖਿਆ ਜਾਂਦਾ ਹੈ, ਠੀਕ ਹੈ। ਸੋ ਬ੍ਰੈਕਟ 'ਚ ਲਿਖਾਂਗੇ, ਔਰ ਲਾਸਟ ਵਿੱਚ ਅਸੀਂ ਕ੍ਰੋਸ ਓਵਰ ਵੈਲੈਂਸਿਸ ਕਰਾਂਗੇ, ਸੰਯੋਜਕਤਾਵਾਂ ਦਾ ਕ੍ਰੋਸਿੰਗ ਕਰਾਂਗੇ, ਤੇ ਉਹਨਾਂ ਤੋਂ ਬਾਅਦ ਕ੍ਰੋਸਿੰਗ ਕਰਨ ਤੋਂ ਬਾਅਦ ਸਾਡੇ ਕੋਲ ਇੱਕ ਜੋ ਫਾਰਮੂਲਾ ਬਣੇਗਾ ਉਹ ਸਾਡਾ ਹੋਏਗਾ ਯੌਗਿਕਾਂ ਦਾ ਫਾਰਮੂਲਾ। ਸੋ ਆਓ ਕੁਝ ਯੌਗਿਕਾਂ ਦੀ ਉਦਾਹਰਨਾਂ ਲੈ ਕੇ ਅਸੀਂ ਉਹਨਾਂ ਦੇ ਜੋ ਫਾਰਮੂਲਾਜ਼ ਨੇ ਉਹ ਅੱਜ ਬਣਾ ਕੇ ਦੇਖਦੇ ਹਾਂ ਕਿ ਕਿਵੇਂ ਅਸੀਂ ਉਹਨਾਂ ਨੂੰ ਫਾਰਮੂਲਾਈਜ਼ ਕਰ ਸਕਦੇ ਹਾਂ। ਪਰ ਬੱਚੇ, ਅੱਗੇ ਜਾਣ ਤੋਂ ਪਹਿਲਾਂ ਅਸੀਂ ਇੱਕ ਉਦਾਹਰਨ ਲੈ ਲੈਂਦੇ ਹਾਂ। ਮੰਨ ਲਓ ਇੱਕ ਆਕਟੋਪਸ ਜੋ ਹੁੰਦਾ ਹੈ, ਯਾਨੀ 8 ਲੱਤਾਂ ਵਾਲਾ ਜੋ ਆਕਟੋਪਸ ਹੈ, ਤੁਸੀਂ ਕਾਊਂਟ ਵੀ ਕਰ ਸਕਦੇ ਹੋ। ਇੱਥੇ ਆਕਟੋਪਸ ਪਾਣੀ 'ਚ ਜੋ ਰਹਿੰਦਾ ਉਹਦੀ 8 ਲੈਗਸ ਹੁੰਦੀਆਂ ਨਾ, 1 2 3 4 5 6 7 8, ਠੀਕ ਹੈ। ਸੋ 8 ਲੈਗਸ ਵਾਲਾ ਜੋ ਆਕਟੋਪਸ ਹੈ, ਅਸੀਂ ਉਹਨੂੰ ਦੇਖੀਏ, ਠੀਕ ਹੈ, ਕਿ ਉਸਨੇ ਸਾਡੇ ਨਾਲ ਹੈਂਡਸ਼ੇਕ ਕਰਨਾ ਹੈ, ਠੀਕ ਹੈ। ਦੋਨੋਂ ਹੱਥ ਸਾਡੇ ਉਹਦੇ ਨਾਲ ਹੈਂਡਸ਼ੇਕ ਕਰਨਗੇ, ਉਹਦੇ ਵੀ ਹੈਂਡ ਔਰ ਸਾਡੇ ਵੀ ਹੈਂਡ। ਸੋ ਅਸੀਂ ਇਹਨੂੰ ਆਪ ਮੰਨ ਲੈਂਦੇ ਕਿ ਅਸੀਂ ਇਹ ਖੜੇ ਹਾਂ, ਅਸੀਂ 2 ਹੈਂਡਸ ਆ ਸਾਡੇ, ਠੀਕ ਹੈ ਨਾ, ਸਾਡੇ 2 ਹੈਂਡਸ ਆ ਨਾ, ਤੇ ਆਕਟੋਪਸ ਦੇ ਕਿੰਨੇ ਆ, ਰਾਈਟ 8 ਹੈਂਡਸ ਆ, ਤੇ ਅਸੀਂ 8 ਹੈਂਡਸ ਜੋ ਆਕਟੋਪਸ ਦੇ ਆ ਉਹਨਾਂ ਦੇ ਨਾਲ ਹੈਂਡਸ਼ੇਕ ਕਰਨਾ। ਹੁਣ ਮੇਰੇ 2 ਹੈਂਡਸ ਹੈ, ਮੈਂ ਆਕਟੋਪਸ ਦੇ ਕਿੰਨੇ ਹੈਂਡਸ ਨਾਲ ਹੈਂਡਸ਼ੇਕ ਕਰ ਸਕਦੀ ਹਾਂ, ਰਾਈਟ ਓਨਲੀ 2 ਹੈਂਡਸ। ਪਰ ਜੇ ਮੈਂ ਗੱਲ ਕਰਾਂ ਕਿ ਆਕਟੋਪਸ ਚਾਹੁੰਦਾ ਹੈ ਕਿ ਮੇਰੇ ਸਾਰੇ ਹੈਂਡਸ ਜੋ ਉਸਦੇ ਨੇ ਹੈਂਡਸ਼ੇਕ ਹੋ ਜਾਣ, ਸੋ ਕੀ ਕਰੇਗਾ ਉਹ, ਸੋ ਅਸੀਂ ਤੇ ਆਕਟੋਪਸ ਨੂੰ O ਮੰਨ ਲੈਂਦੇ ਹਾਂ ਤੇ ਇੱਕ ਬੱਚੇ ਨੂੰ C ਮੰਨ ਲੈਂਦੇ ਹਾਂ। ਸੋ ਇੱਕ ਆਕਟੋਪਸ ਦੀ ਗੱਲ ਕਰੀਏ ਤੇ ਉਹਦੇ 2 ਹੈਂਡਸ ਇੱਕ ਬੱਚੇ ਦੇ ਨਾਲ ਹੈਂਡਸ਼ੇਕ ਹੋ ਰਿਹਾ, ਠੀਕ ਹੈ। ਸੋ ਆਕਟੋਪਸ ਨੂੰ ਕਿੰਨੇ ਬੱਚੇ ਹੈਂਡਸ਼ੇਕ ਕਰ ਸਕਦੇ ਆ, 4 ਬੱਚੇ, ਠੀਕ ਹੈ। ਸੋ ਯਾਨੀ ਇੱਥੇ ਉਹਦੇ ਕੋਲ ਆ ਜਾਏਗਾ OC4, ਯਾਨੀ ਇੱਕ ਆਕਟੋਪਸ 4 ਬੱਚਿਆਂ ਦੇ ਨਾਲ, 4 ਚਾਈਲਡਸ ਦੇ ਨਾਲ ਹੈਂਡਸ਼ੇਕ ਕਰ ਸਕਦਾ ਹੈ। ਸੋ ਇੱਕ ਇਸੇ ਤਰ੍ਹਾਂ ਦਾ ਇੱਕ ਫਾਰਮੂਲਾ ਜੋ ਬਣਦਾ ਹੈ, ਯਾਨੀ OC4 ਕਿੰਨੇ ਜਾਣੇ, ਕਿਹੜਾ ਤੱਤ ਕਿੰਨਿਆਂ ਨਾਲ ਜੁੜਦਾ ਹੈ, ਕਿੰਨਿਆਂ ਨਾਲ ਹੈਂਡਸ਼ੇਕ ਕਰਦਾ ਹੈ, ਕਿੰਨਿਆਂ ਨਾਲ ਮਿਲਦਾ ਹੈ, ਉਹ ਅੱਜ ਅਸੀਂ ਸਿੱਖਾਂਗੇ ਫਾਰਮੂਲਾ ਰਾਈਟਿੰਗਸ ਦੇ ਥਰੂ। ਸੋ ਬੱਚਿਓ, ਪਹਿਲੀ ਜੋ ਆਪਾਂ ਐਗਜ਼ਾਮਪਲ ਕਰਾਂਗੇ ਇਸ ਦੇ ਅੰਡਰ, ਉਹ ਆਪਾਂ ਕਰਾਂਗੇ ਹਾਈਡਰੋਜਨ ਕਲੋਰਾਈਡ ਦੀ, ਯਾਨੀ ਹਾਈਡਰੋਜਨ ਕਲੋਰਾਈਡ। ਪਹਿਲੀ ਗੱਲ, ਜਦੋਂ ਵੀ ਅਸੀਂ ਇਹਨਾਂ ਨੂੰ ਕਰਨਾ ਆ, ਇਹਨਾਂ ਦੇ ਜਿਹੜੇ ਅਸੀਂ ਸੂਤਰ ਫਾਈਂਡ ਕਰਨੇ ਆ ਕਿ ਇਹਨਾਂ ਦਾ ਕੀ ਫਾਰਮੂਲਾ ਹੈ, ਉਹਨਾਂ ਲਈ ਅਸੀਂ ਪਹਿਲਾਂ ਇਹਨਾਂ ਨੂੰ ਤੋੜ ਲਵਾਂਗੇ ਦੋਨਾਂ ਨਾਮਾਂ ਨੂੰ। ਤੁਸੀਂ ਇੱਥੋਂ ਪੜ੍ਹ ਸਕਦੇ ਹੋ, ਜਿਵੇਂ ਹਾਈਡਰੋਜਨ, ਯਾਨੀ ਪਹਿਲਾਂ ਆਪਾਂ ਲਿਖਾਂਗੇ H, ਠੀਕ ਹੈ, ਤੇ ਇੱਥੇ ਕੀ ਹੈ, ਕਲੋਰਾਈਡ, ਕਿਉਂਕਿ ਜੁੜਿਆ ਹੋਇਆ। ਤੁਹਾਨੂੰ ਮੈਂ ਸਿਖਾਇਆ ਸੀਗਾ ਨਾ ਕਿ ਜਿਹੜਾ ਕਲੋਰਾਈਡ ਹੁੰਦਾ ਉਹ Cl ਹੁੰਦਾ, ਤੇ ਆਈਡ ਵਾਲੇ ਨਾਮ ਯਾਦ ਰੱਖੇ ਸੀ ਨਾ, ਆਈਡ ਯਾਨੀ ਨੈਗੇਟਿਵ ਵਾਲੇ, ਠੀਕ ਹੈ। ਸੋ ਦਾ ਮਤਲਬ ਇਹ ਪੋਜ਼ਿਟਿਵ ਹੈ, ਇਹ ਨੈਗੇਟਿਵ ਆਇਨ ਬਣਾਉਂਦਾ। ਸੋ ਕਲੋਰਾਈਡ ਦਾ ਯੈਸ ਸਿੰਬਲ ਸਾਨੂੰ ਯਾਦ ਹੈ Cl, ਠੀਕ ਹੈ। ਸੋ ਸਭ ਤੋਂ ਪਹਿਲਾਂ ਆਪਾਂ ਸਿੰਬਲ ਨੋਟ ਕਰਦੇ ਹਾਂ। ਆਪਾਂ ਇੱਕ ਵਾਰੀ ਜਿਹੜਾ ਹੁਣੇ ਕਰਕੇ ਹਟੇ ਆਪਾਂ ਉੱਥੋਂ ਦੇਖ ਲੈਂਦੇ ਹਾਂ ਕਿ ਕੀ ਸੀਗਾ ਸਾਡੇ ਕੋਲ। ਅਸੀਂ ਉੱਥੇ ਦੇਖਿਆ ਕਿ ਜੋ ਸਾਡੇ ਕੋਲ, ਮੈਂ ਇੱਥੇ ਲਗਾ ਦਿੰਦੀ ਹਾਂ, ਅਸੀਂ ਫਿਰ ਨਾਲ ਦੇ ਨਾਲ ਸਾਈਡ ਬਾਈ ਸਾਈਡ ਕਰਾਂਗੇ, ਠੀਕ ਹੈ। ਸੋ ਦੇਖੋ ਇੱਥੇ H ਆ ਮੇਰੇ ਕੋਲ ਔਰ ਇੱਥੇ C ਆ, ਠੀਕ ਹੈ, ਮਤਲਬ Cl ਹੈ, ਕਲੋਰੀਨ ਆ। ਹੁਣ ਇੱਥੇ ਹਾਈਡਰੋਜਨ ਯਾਨੀ H+,
ठीक है ना। हाइड्रोजन H प्लस आयन बनाता यानी पॉजिटिव आयन बनाता। तो क्लोरीन क्लोरीन का असं इतने नैगेटिव आयन च कर चुके हैं, ठीक है ना। जो सिंगल आयन सीगा क्लोरीन का, क्लोराइड नैगेटिव आयन, सो ये नैगेटिव आयन कर चुके हैं। पर आपां की करना है, असीं इत्थे इन्हां नूं नहीं लिखना, ठीक है, इत्थे नहीं लिखना। असीं की करना, आप जो भी आयन हुंदा चार्ज होएगा आपां हमेशा नीचे लिखांगे, ठीक है जी। सो मैं तुहानूं इत्थे इहदा साइड ते करके दिखा रही हाँ कि आपां किवें करांगे, ठीक है। सो इत्थे जिहड़ा चार्ज हो असीं नहीं लिखांगे, आपां की करांगे, हाइड्रोजन दे कितना चार्ज सीगा बेटा, प्लस यानी 1, सो 1 प्लस, ठीक है। और क्लोराइड ना यानी क्लोराइड का कितना आ गया, 1 नेगेटिव, ठीक है जी। हुण असीं की करांगे, इहदी क्रॉस कर देनी है, ठीक है, क्रॉसिंग कर देनी है। असीं क्रॉस जो फॉर्मूला उन्होंने देखांगे, यानी हाइड्रोजन नूं किन्ने कैच करना है, 1 ने, या कह सकते हो तुसीं हाइड्रोजन 1 नैगेटिव वाल अट्रैक्ट होएगा जाएगा और Cl 1 प्लस वाल अट्रैक्ट होएगा। सो अगर इत्थे मैं गल करा तो इत्थे मैं तुहानूं साइड ते करके दिखा देनी हाँ कि की करांगे, H नूं 1 नैगेटिव लगा, तुसीं प्लस माइनस भुल जाने आ, तुसीं सिर्फ साइन का जिहड़ा इत्थे नाल नंबर आ उही लगाना है, यानी 1, ठीक है, उल्टा लगाना है। क्लोराइड द Cl आ गया, तो Cl किन्नू लगाएगा, 1, पॉजिटिव नहीं लगाना, सो 1 लगाएगा, ठीक है। ज़्यादातर जी रिएक्शनस होंगे ने असीं उस 1 नूं कंसीडरेशन च नहीं लेंदे, या नॉर्मली असीं उन्होंने सिंगल एलीमेंट ही मान लैंदे आ। सो असीं की करेंगे, सिंपल इत्थे HCl, सो HCl जो मेरे को आया वो की आया, किसका फार्मूला आया, हाइड्रोजन क्लोराइड का सूत्र मेरे को की आ गया, यस HCl। सो यह है साडे कोल पहला हाइड्रोजन क्लोराइड का फार्मूला। सो आओ आते हैं अपनी सेकंड जो साडे कोल है एग्जाम्पल, वो है हाइड्रोजन सल्फाइड। हाइड्रोजन का हुणे असीं करके हटे हाँ, ठीक है, हुण असीं बार बार नहीं देखांगे। हाइड्रोजन द H, सल्फाइड सल्फर, ठीक है, सल्फाइड का याद रखना सल्फर, सो इत्थे लगा देंगे S। हाइड्रोजन का कितना चार्ज हुणे असीं करके हटे बच्चा, 8, सो हाइड्रोजन का 1 प्लस आ जाएगा और सल्फर का कितना आएगा, हाँ जी, तो सल्फर का कितना आ जाएगा, सल्फर का असीं इत्थों देखते हैं, देखो ऑक्साइड के नीचे की बनया है, सल्फाइड, सो सल्फाइड का कितना है, 2 नैगेटिव, यानी इहदी वैलेंसी 2 है, संयोजकता 2 है, सो इत्थे इहदा चार्ज आ जाएगा 2 माइनस, ठीक है। सो सल्फाइड हो गया 2 माइनस, हुण असीं की करांगे, क्रॉसिंग कर देंगे, सो ए इहदे वाल अट्रैक्ट हो गया, ए इहदे वाल अट्रैक्ट हो गया, मतलब राइट की फॉर्मूला बन जाएगा इत्थों साडा, H दे नीचे आएगा 2 और S दे नीचे आएगा 1, और फर्दर असीं 1 नूं नोट नहीं करना, तो की बन गया साडे कोल H2S। सो साडे कोल आ जाएगा इहदा फॉर्मूला H2S, किसदा, हाइड्रोजन सल्फाइड। सो हाइड्रोजन सल्फाइड साडे कोल की आ गई बेटा, H2S। H2S जो साडे कोल आ गया हाइड्रोजन सल्फाइड, एंड हाइड्रोजन क्लोराइड HCl। इन्हां दोनों च अगर मैं गल करा, इत्थे दा मतलब एक हाइड्रोजन दा एटम लगा और एक क्लोरीन दा एटम लगा, जो दोनों मिल जाते हैं तो हाइड्रोजन क्लोराइड का एक अणु बनता है, ठीक है। इस तरह एक हाइड्रोजन अगर लगेगा तो 2 सल्फर, सॉरी, इस तरह आप अगे चलते हैं, हाइड्रोजन सल्फाइड दे विच की हुंदा है, हाइड्रोजन सल्फाइड दे इस फार्मूले के अकॉर्डिंग अगर गल करिए तो 2 हाइड्रोजन दे एटम ते एक सल्फर दा एटम जो जुड़ता है, राइट, तो हाइड्रोजन सल्फाइड का एक अणु बनता है। सो बच्चे अगे चलते हैं असी, राइट, इधर आ जाओ तुसी। थर्ड जो साडे कोल है कार्बन टेट्राक्लोराइड। इत्थे कार्बन टेट्राक्लोराइड है, टेट्रा का मतलब हुंदा है जी, इस टेट्रा का मतलब हुंदा है 4, ठीक है। सो टेट्रा का मतलब है 4, यानी 4 क्लोराइड, ठीक है। सो कार्बन पहला असीं फॉर्मूलेस बनाने आ, आप एलीमेंट का नाम लिखांगे C फॉर कार्बन, और क्लोराइड यानी Cl, ठीक है। तुसी टेट्रा जो भी उन्होंने वर्ड में भूल जाना है। सो कार्बन C, क्लोराइड का क्लोरीन यानी Cl, ठीक है। सो कार्बन का देखो
ਕਾਰਬਨ ਦਾ ਅਸੀਂ ਇੱਥੇ ਕਰ ਨਹੀਂ ਪਾਏ, ਠੀਕ ਹੈ, ਬਟ ਮੈਂ ਤੁਹਾਨੂੰ ਇੱਥੇ ਕਰਕੇ ਦਿਖਾ ਦਿੰਨੀ ਆ ਕਿ ਕਾਰਬਨ ਕਿਵੇਂ ਨਿਕਾਲਣਾ, ਠੀਕ ਹੈ। ਸੋ ਜਿਹੜਾ ਕਾਰਬਨ ਹੁੰਦਾ ਹੈ ਜੀ ਬੱਚੇ, ਉਹ ਟੈਟਰਾ मतलब ਕਾਰਬਨ 4 ਆ, 4 ਬੰਧਨ ਬਣਾਉਂਦਾ ਹਮੇਸ਼ਾ, ਠੀਕ ਹੈ। ਸੋ ਕਾਰਬਨ ਦਾ ਜੋ ਸੰਯੋਜਕਤਾ ਹੁੰਦੀ ਹੈ ਕੁਝ ਇਸ ਤਰੀਕੇ ਦੀ ਹੁੰਦੀ ਹੈ, ਉਹਦੀ ਵੈਲੈਂਸੀ ਹੁੰਦੀ ਹੈ ਜੀ 4, C4 ਪੋਜ਼ਿਟਿਵ ਹੁੰਦਾ ਹੈ यानी 4। ਜਿਹੜੀ ਇਹ ਕਿਵੇਂ ਆਈ ਵੈਲੈਂਸੀ ਆਪਾਂ ਡਿਟੇਲ ਦੇ ਵਿੱਚ ਜਿਹੜੇ ਨੈਕਸਟ ਚੈਪਟਰ ਕਰਾਂਗੇ ਨਾ ਉਹਦੇ ਵਿੱਚ ਸਾਰਾ ਕਲੀਅਰ ਹੋਏਗਾ ਤੁਹਾਨੂੰ। ਸੋ ਕਾਰਬਨ ਦੀ ਸੰਯੋਜਕਤਾ ਕਿੰਨੀ ਆ ਗਈ ਸਾਡੇ ਕੋਲ, 4 ਆ ਗਈ, यानी 4 प्लस भी पै सकता है बेटा, वैसे माइनस भी पै सकता, बट इत्थे इस केस दे विच जो कार्बन है वो एज पॉजिटिव मान के चलांगे। सो 4 प्लस पावांगे इत्थे, ठीक है। और क्लोरीन दे नाल, ठीक है, क्लोरीन तुहानू हुणे करके दिखाया सी, इत्थे भी नोटेड आ यानी Cl नेगेटिव, सो 1 नेगेटिव, ठीक है ना। सो आपां नू क्रॉसिंग कर लैंदे आ। क्रॉसिंग करन तो बाद साडे कोल की बचदा आ, राइट। सो C ਦੇ नीचे आएगा 1 नाल क्लोरीन ਦੇ ਨਾਲ 4, यानी ये बन गया C, ठीक है, 1 Cl4, ठीक है, Cl4। पर इनू अगर फर्दर 1 नहीं नोट करांगे तो Cl4 यानी कार्बन टेट्रा, टेट्रा मतलब 4 क्लोरीन, ठीक है ना, 4 क्लोरीन लगे आ ਤਾਂ ਜਾ ਕੇ ਕਾਰਬਨ ਦਾ ਜੋ ਇੱਕ ਕੰਪਾਊਂਡ ਬਣਾਇਆ ਕਾਰਬਨ ਟੈਟਰਾ क्लोराइड। सो ये ਇਹਦਾ सूत्र आ जाता है। सो फर्दर अगे चलते हैं, मैग्नीशियम क्लोराइड। सो मैग्नीशियम क्लोराइड, ठीक है। सो इतना असीं मैग्नीशियम लभ लैंदे आ जी, ए मैग्नीशियम, ठीक है। सो ए मैग्नीशियम है, मैग्नीशियम यानी Mg, हाँ जी बच्चे इत्थे Mg, ठीक है। और क्लोराइड का असीं हुणे करके हटे आ Cl क्लोरीन, ठीक है। मैग्नीशियम की कितनी लिखी हुई है वैलेंसी, यानी चार्ज कितना लिखा है 2+। सो मैग्नीशियम का 2+, क्लोरीन की असीं बार बार कर चुके हैं 1-। सो आप क्रॉसिंग करांगे, सो इत्थे कितना आ जाएगा साडे कोल, राइट, इत्थे साडे कोल आ जाएगा Mg पावांगे, Mg दे नाल 1 पेगा, क्लोरीन दे नाल राइट 2 पेगा, ठीक है। सो अगर 1 नू ना कंसीडर करिए तो आ जाएगा साडे कोल MgCl2। सो एक इसका फार्मूला आ गया, मैग्नीशियम क्लोराइड का मेरे को फार्मूला MgCl2 हुंदा है। सो बच्चे अगे चलते हैं असी नैक्सट 5 नंबर एग्जाम्पल से, वो की कह रही है एल्यूमीनियम ऑक्साइड। सो इतों अगर मैं एल्यूमीनियम फाइंड करा, एल्यूमीनियम यानी 3 संयोजकता वाला, 3 वैलेंसी वाला, 3 वैलेंसी जिसदी आ। सो एल्यूमीनियम का फॉर्मूला बनाने के लिए एल्यूमीनियम का सूत्र लिखा, मतलब वो सिंबल लिखा Al। ऑक्साइड, ऑक्साइड का O, ऑक्सीजन तो ऑक्साइड याद रखनी है O। पहले से एल्यूमीनियम का जो है चार्ज आ वो कितना है 3+, ठीक है। सो इसकी संयोजकता 3 आ, मतलब 3 बंधन बना सकते हैं। सो 3+ एंड ऑक्सीजन यानी ऑक्साइड, ऑक्साइड ਦੀ ਅਸੀਂ ਇੱਥੋਂ ਦੇਖਦੇ ਹਾਂ, ਅਸੀਂ ਕੱਢ ਚੁੱਕੇ ਸੀ सल्फाइड ਨਾਲ वाला। सो ਇੱਥੇ ऑक्साइड कितना है O ਦੇ ਉੱਪਰ कितना चार्ज है 2, यानी 2-, ठीक है। सो क्रॉसिंग करो, क्रॉसिंग करन दे नाल सब तो पहला ਅਸੀਂ ਲਿਖਾਂਗੇ Al एल्यूमीनियम, एल्यूमीनियम दे नाल कौन लगावांगे, राइट 2 लगाया। फिर ऑक्सीजन O, ਉਹਦੇ ਨਾਲ कौन लगावांगे 3 लगावांगे। सो यह साडा बन गया एल्यूमीनियम ऑक्साइड का फॉर्मूला। सो नैक्सट आता जी बेटा कैल्शियम ऑक्साइड, ठीक है। सो कैल्शियम जी इत्थे है साडे कोल कैल्शियम, ठीक है। सो कैल्शियम साडे कोल इत्थे है कैल्शियम ऑक्साइड। आंदा है कैल्शियम ऑक्साइड, कैल्शियम ऑक्साइड तुसीं इत्थे देख सकते हो कैल्शियम का 2+ आ। सो इत्थे लगाया Ca दे नीचे लिखांगे 2+ और ऑक्साइड का ऑक्सीजन 2-, ठीक है। नाउ क्रॉसिंग करो, क्रॉसिंग करन दे उत्ते मेरे कोल की आएगा, राइट कैल्शियम दे सामने आ जाएगा नीचे ਉਹਦੇ ਪੈਰਾਂ ਦੇ 2 और ऑक्सीजन दे पैਰਾਂ ਦੇ आ जाएगा ਇਹ वाला 2 ऑपोजिट वाला। ਹੁਣ ਇੱਥੇ ਇੱਕ ਚੀਜ਼ ਦੇਖਣੀ ਹੈ, ਦੋਨੋਂ ਸੇਮ ਟੇਬਲ ਦੇ ਵਿੱਚ ਆ ਰਿਹਾ ਤੇ ਮੈਥ ਦੀ ਤਰ੍ਹਾਂ ਆਪਾਂ ਨੂੰ ਕੱਟ ਕਰ ਦਾਂਗੇ, ਠੀਕ ਹੈ। ਸੋ 2 1s are 2 and 2 1s are 2, ਸੇਮ ਤੇ ਆ ਗਿਆ। ਅਗਰ ਇੱਥੇ 4 ਹੁੰਦਾ ਤੇ ਇੱਥੇ ਮੇਰੇ ਕੋਲ 2 ਆ ਜਾਂਦਾ, ठीक है। सो कैल्शियम दा 1, ऑक्सीजन दा 1, पर फर्दर असी 1 नहीं लिखते, असी की लिखते हैं, राइट कैल्शियम सिंगल एंड ऑक्सीजन सिंगल। सो यह फॉर्मूला आ जाएगा कैल्शियम ऑक्साइड दा साडे कोल।
सो अगे चलते हैं बच्चे, अगे साडे कोल आंदा है बहुपरमाणवी जो आयन ने उन्हां दे यौगिक आपां किवें बनाने। ठीक है, सो बहुपरमाणवी आयन दे यौगिक करन दे लई असीं इत्थों नाल देखांगे। सो पहला असीं लै रहे हां सोडियम नाइट्रेट। ठीक है, सोडियम नाइट्रेट, सोडियम दा तुहानूं दस्सिया सीगा, असीं इत्थों सोडियम देखदे हां पहले। सोडियम दा मेरे कोल की है Na+। ठीक है, सो सोडियम दे नीचे लिखांगे Na और प्लस का मतलब सिंगल वन। ठीक है, सो ये नीचे यदा पा देंगे +1। ठीक है, यानी 1+ एक ਉਹਦੇ ਕੋਲ ਸੰਯੋਜਕਤਾ है। तो बहुपरमाणवी आयन ਦੇ ਵਿੱਚ ਅਸੀਂ नाइट्रेट ਲੱਭਦੇ ਹਾਂ। ठीक है, सो ਇਹ ਜਿਹੜੇ इंपॉर्टेंट ਜਿਹੜੇ ਨੇ ਤੁਸੀਂ याद भी करने ਆ, बिकॉज ਤੁਹਾਡੀ बुक ਦੇ ਵਿੱਚ ਵੀ ਦਿੱਤੇ ਹੋਏ ਨੇ, ਤੁਸੀਂ ਉੱਥੋਂ भी लर्न कर सकते हो। ठीक है, सो नाइट्रेट यानी NO3 ਜਿਹੜੇ बहुपरमाणवी आयन ਹੁੰਦੇ ਨੇ ਉਹਨਾਂ ਨੂੰ ਕੋਸ਼ਿਸ਼ ਕਰਨੀ ਆ ਹਮੇਸ਼ਾ राइट ब्रैकेट ਦੇ ਵਿੱਚ ਲਿਖਣ ਦੀ। सो मैं ਇੱਥੇ ਲਿਖ ਦੇਣੀ ਆ नाइट्रेट ਦਾ NO3। ठीक है, पर इन्हें तुसी इत्थे ही ब्रैकेट कर सकते हो, डजंट मैटर। ठीक है, सो ਇਹਦਾ कितना है, ये भी एक हैगा ਇਹਦਾ जो वैलेंसी आ, क्योंकि ਉਹਦੇ ਉੱਤੇ नैट चार्ज कुल चार्ज माइनस आ, सो ਦਾ मतलब ਇਹਦੀ 1 माइनस आ जाएगा। ठीक है, सारे बच्चे ਨੂੰ समझ आ रहा है बेटा। नाउ क्रॉसिंग करो, क्रॉसिंग ਕਰਨ ਦੇ ਉੱਤੇ ਅਸੀਂ ਦੇਖਾਂਗੇ कि सोडियम ਦੇ ਨਾਲ 1 ਲੱਗਾ, ਇਹ ਵਾਲਾ ऑपोजिट वाला, उस तो बाद आ गया NO3। ठीक है, अगर मैंने पूरी ब्रैकेट लवा तो नाल ए वाला 1 नोट करा। ठीक है, हुण इत्थे दोनों दे नाल 1 है। ठीक है, सो ये आ जाएगा सोडियम NO3। ठीक है, सो इदां भी लिख सकते हैं, बट तुसी कोशिश कर लो कि इनू ब्रैकेट दे विच ही रख लवो, वो ज़्यादा वधिया रहेगा। ठीक है बेटा, सो अगे चलते हैं असीं कैल्शियम हाइड्रोक्साइड। सो कैल्शियम हाइड्रोक्साइड, कैल्शियम असी हुणे करके हटे सीगे, फिर एक रिवाइंड कर लेने Ca2+। ठीक है, सो Ca2+ और हाइड्रोक्साइड, नाउ हाइड्रोक्साइड बहुपरमाणवी आ जाएगा। ठीक है, सो OH-। ठीक है, यानी OH- मतलब 1- यदि वैलेंसी 1। ठीक है, सो क्रॉसिंग करो, क्रॉसिंग करो, क्रॉसिंग करने के बाद तुसी की देखोगे कैल्शियम के नीचे 1, हाइड्रोक्साइड नूं आपां पूरा कंबाइन कर लैंदे आ। ठीक है, जोड़ लैंदे, इनू इत्थे ही रख लो चाहे ब्रैकेट च, ये सामने नीचे 2। सो ये की बन जाएगा, कैल्शियम 1 ना लगाओ, OH2, दिस इज कैल्शियम हाइड्रोक्साइड फार्मूला। सो ये कैल्शियम हाइड्रोक्साइड का फार्मूला बन जाता है। सो बच्चे अगे साडे को 9th एग्जाम्पल है एक, राइट, सोडियम कार्बोनेट। ठीक है जी, सो सोडियम साडे कोल की है Na+, सिंगल जो है वो आयन है Na+, मतलब 1। ठीक है ना, +1+, ते नाल साडे को कार्बोनेट है, कार्बोनेट कल्ला नहीं होंदा, बहुपरमाणवी है। ठीक है, सो कार्बोनेट राइट इत्थे आ CO3 2 नेगेटिव आ, सानी मैं इत्थे लिख देनी आ CO पैरां च 3, कार्बोनेट इकट्ठा होंदा है CO3। ठीक है, सो ये मेरे को की आ जाएगा, राइट, ये मेरे को आ जाएगा 2-। ठीक है, सो 2- आ जाएगा। सो मैंने क्रॉसिंग करा, क्रॉसिंग करने तो बाद मेरे को की आया। ठीक है जी, सो सोडियम दे नाल 2 लगेगा, अपन नेगेटिव प्लस साइन नहीं सोचने, CO3 दे नाल ब्रैकेट च कर लो 1 लगेगा। ठीक है, और फर्दर इनू असीं किवें कर सकते हैं, Na2CO3 कंबाइंड, सो दिस इज सोडियम कार्बोनेट फॉर्मूला। फर्दर आगे चलिए अमोनियम सल्फेट। ठीक है जी, सो अमोनियम भी जो है वो पॉजिटिव जो बहुपरमाणवी आयन है अमोनियम। सो अमोनियम का फॉर्मूला इत्थे लिखो NH4। ठीक है, नाइट्रोजन है तो 4 हाइड्रोजन लगे होंगे, NH4 सल्फेट। सो सल्फेट SO4, ये बहुत इंपॉर्टेंट ने दोनों। ठीक है, सो सल्फेट के नीचे सल्फेट SO4। ठीक है, सो ये नीचे एदा की है साइन 1, यानी प्लस सिंगल लगा, सो एक हैगी दी वैलेंसी, एदी कितनी आ 2 वैलेंसी आ। ठीक है ना, मैं सामने वैलेंसीज लिखिया ने सर्कल दे विच। सो एदे नीचे असीं लिखांगे 2- और एदे नीचे लिखांगे 1+। ठीक है बच्चे, ना क्रॉसिंग कर दो, क्रॉसिंग करके तुहानू मिल जाएगा NH4। हले मैं थोड़ा ये नाल 2 लिखना है, मैं जो इतने 2 लिखूंगी तो 42 लगेगा, मान लो मैं इतने 2 लिख दिया तो 42 लगेगा। सो आप की करना, इन्हू पूरे नू ब्रैकेट च कर लेने, 2 लगा देने।
ठीक है। सो उस तो बाद की है SO4, ठीक है, 1 लगाओ चाहे ना लगाओ, ठीक है। ਅਸੀਂ फर्स्ट स्टैप 'ਚ लगा के देख लेने की बनता है। सो दिस इज NH4 ब्रैकेट एंड ट्वाइस, ठीक है, नेक्स्ट SO4। सो दिस इज अ फॉर्मूला ऑफ अमोनियम सल्फेट, यानी अमोनियम सल्फेट। सो ਇਹ ਕੁਝ एग्जाम्पल ਸੀ ਬਹੁ ਪਰਮਾਣਵੀ ਆਇਨ ਜੋ ਅਸੀਂ ਅੱਜ ਕੀਤੀਆਂ, ठीक है। पर इन्हां दे और नाल ही असीं कुछ होर जिहड़े तत्त जिहड़े तुहाडी बुक दे विच ने मैं तुहानूं सारी डिटेल च एक बारी समझा दित्ते आ बेटा। ते पर जिहड़े होर भी इहदी एग्जाम्पल्स तुहाडी बुक दे विच एक्सरसाइजेस दे विच ने, तुसीं अपने टीचर्स नूं भी पुछ सकदे हो, ठीक है। और अगर कोई प्रॉब्लम्स लगदियां ने ते तुसीं इत्थे भी पुछ सकदे हो मेरे कोल, ठीक है। कमेंट सैक्शन च भी पुछ सकदे हो। अगर कोई भी तुहानूं चीज़ समझ नहीं लगी तुसीं क्वेरी कर सकते हो, अपने अपने टीचर्स तो भी पूछ सकते हो जो प्रॉब्लम्स तुहानूं लग रही ने, तुसीं उन्हां नाल शेयर करो, डिस्कस करो। और यह एक इंपॉर्टेंट टॉपिक है तुहाडी कैमिस्ट्री का, ठीक है, तुहाडे 3rd चैप्टर का, जिहदे विच असीं जो यौगिक किवें लिखणे उन्हां दे सूत्र किवें बनाने। ते कई एक क्वेश्चन तुहाडा यही होएगा, कुछ दे नाम इस तरह फॉर्मूला दित्ते तुहानूं उहदे च नाम दसने आ, जिस तरह दिता है अमोनीयम है, सल्फेट आ, ठीक है, कंबाइन किते की बनया, उहदा नाम दसो यौगिक का। पर इन्हां सब नूं करन दे लई तुहानूं ਇਹ चीज़ां बहुत ज़रूरी है, इंपॉर्टेंट ने, ਇਹ आउणियां चाहीदियां ने। जिद्दां H+ आ इहदा 1+ लिखना है या किन्नी संयोजित है। सो ਇਹ ਚਾਰਟ ਇੱਕ तरह ਦਾ ਤੁਸੀਂ ਆਪਣਾ ਜਿਹੜਾ ਹੈ ਤੁਹਾਡੀ बुक ਦੇ 3rd चैप्टर ਦੇ ਵਿੱਚ ਸਾਰਾ डिटेल ਦੇ ਵਿੱਚ ਇਹਦੀ ਵੈਲੈਂਸੀਜ਼ ਪਈਆਂ ਨੇ, ठीक है। ਤੁਸੀਂ ਉੱਥੋਂ ਲਿਖ ਸਕਦੇ ਹੋ ਆਪਣੇ ਆਪਣੇ ਜੋ ਅੱਗੇ यूज़ हो ਸਕਦੀਆਂ ਨੇ। और यह कुछ बहु परमाणवी आयन ਜਿਹੜੇ ਅਸੀਂ ਕੀਤੇ ਇਹ भी काफ़ी इंपॉर्टेंट ने। सो ਇਹ भी ਤੁਸੀਂ ਆਪਣੀ ਆਪਣੀ बुक ਦੇ ਵਿੱਚ करना है, ਉੱਥੋਂ नोट कर सकते अपनी कॉपीज़ ਦੇ ਉੱਤੇ अपने टीचर्स की कंसर्न लैके, ठीक है। और आई होप कि तुहानूं ये जो अज का जो टॉपिक सीगा साडा ये तुहानूं डिटेल्ड समझ आ गया कि असीं यौगिकां दे सूत्र भी किवें बनाए, असीं जो बहु परमाणवी आयन आ उन्हां बारे पढ़िया, कुछ सिंगल डबल और ट्रिपल जो चार्ज वाले आयन्स आ उन्हां बारे पढ़िया, पॉजिटिव एंड नैगेटिव। और उम्मीद है कि समझ आ चुका हो गया तुहानूं सारे बच्चों नूं। स्टिल अगर कोई प्रॉब्लम लगती है तो तुसीं कमेंट सैक्शन च भी जाके साडे कोल पुछ सकते हो। थैंक यू बेटा।